ਮੈਰੀ ਸਿਮੋਨ ਕੈਨੇਡਾ 'ਚ ਪਹਿਲੀ ਸਵਦੇਸ਼ੀ ਮੂਲ ਦੀ ਗਵਰਨਰ ਜਨਰਲ ਬਣੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹਨਾਂ ਦਾ ਨਾਮ ਰეკਮੈਂਡ ਕੀਤਾ ਸੀ, ਜਿਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਨੇ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜੂਲੀ ਪੈਟ ਨੇ ਆਪਣੇ ਅਹੁਦੇ ਤੋਂ ਜਨਵਰੀ ਮਹੀਨੇ ਦੇ ਵਿੱਚ ਅਸਤੀਫਾ ਦਿੱਤਾ ਸੀ। ਉਹਨਾਂ ਤੇ ਆਪਣੇ ਹੀ ਸਟਾਫ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਸਨ। ਇਹ ਨੇ ਮੈਰੀ ਸਿਮੋਨ, ਜੋ ਕੈਨੇਡਾ ਦੀ ਪਹਿਲੀ ਸਵਦੇਸ਼ੀ ਮੂਲ ਦੀ ਗਵਰਨਰ ਜਨਰਲ ਬਣੀ ਹੈ। ਮੈਰੀ ਸਿਮੋਨ ਨੇ 3ਵੇਂ ਗਵਰਨਰ ਜਨਰਲ ਦੇ ਵਜੋਂ ਹਲਫ ਲਿਆ। ਕੈਨੇਡਾ 'ਚ ਰਿਹਾਇਸ਼ੀ ਸਕੂਲਾਂ 'ਚ ਸਵਦੇਸ਼ੀ ਬੱਚਿਆਂ ਦੇ ਮਿਲ ਰਹੇ ਕੰਕਾਲ ਅਤੇ ਸਵਦੇਸ਼ੀਆਂ ਦੇ ਨਾਲ ਹੋ ਰਹੇ ਵਿਤਕਰੇ ਦੇ ਮਾਮਲਿਆਂ 'ਚ ਫੈਡਰਲ ਸਰਕਾਰ ਨੇ ਕਦਮ ਚੁੱਕਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਮੋਨ ਦਾ ਨਾਮ ਭੇਜਿਆ ਸੀ, ਜਿਸ ਨੂੰ ਮਹਾਰਾਣੀ ਐਲਿਜ਼ਾਬੈਥ II ਨੇ ਮਨਜ਼ੂਰੀ ਦਿੱਤੀ ਹੈ। I would like to thank the Prime Minister for such a warm and thoughtful introduction and for this very historic opportunity. I would like to acknowledge today also that we are standing on the unceded territory of the Algonquin people who have lived on these lands and waters for thousands of years. Let me begin by conveying in the strongest possible terms that I am honoured, humbled and ready to be Canada's first Indigenous Governor-General. I would also like to thank Her Majesty Queen Elizabeth for placing her trust and confidence in me to represent her in this wonderful country of ours. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਰੀ ਸਿਮੋਨ ਤੇ ਭਰੋਸਾ ਜ਼ਾਹਰ ਕੀਤਾ ਹੈ। On my recommendation, Her Majesty Queen Elizabeth II has approved the appointment of Ms. Mary Simon as the 30th Governor-General of Canada. Ms. Simon's career of leadership and service has always been one of breaking down barriers. She was the first Inuk to hold a position as a Canadian ambassador, representing Canada as both the ambassador of circumpolar affairs and as our ambassador to Denmark. ਮੈਰੀ ਸਿਮੋਨ ਸਵਦੇਸ਼ੀ ਮੂਲ ਦੇ ਨਾਲ ਸੰਬੰਧਿਤ ਨੇ। ਮੈਰੀ ਸਿਮੋਨ ਦਾ ਜਨਮ ਸਾਲ 1947 ਦੇ ਵਿੱਚ ਹੋਇਆ। ਕੈਨੇਡਾ 'ਚ ਲੰਬੇ ਸਮੇਂ ਤੱਕ ਵਕੀਲ ਵਜੋਂ ਸੇਵਾ ਨਿਭਾਈ। ਸਰਕੂਲਰ ਮਾਮਲਿਆਂ ਦੇ ਲਈ ਕੈਨੇਡਾ ਦੀ ਪਹਿਲੀ ਰਾਜਦੂਤ ਰਹੀ। ਸਾਲ 1994 ਦੇ ਵਿੱਚ ਸਰਕੂਲਰ ਮਾਮਲਿਆਂ ਦੇ ਲਈ ਇਹ ਨਿਯੁਕਤੀ ਹੋਈ। ਸਿਮੋਨ ਡੈਨਮਾਰਕ ਦੇ ਵਿੱਚ ਕੈਨੇਡਾ ਦੀ ਰਾਜਦੂਤ ਵੀ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ਮਹੀਨੇ 'ਚ ਜੂਲੀ ਪੈਟੇ ਨੇ ਕੈਨੇਡਾ ਦੇ ਗਵਰਨਰ ਜਨਰਲ ਅਤੇ ਮਹਾਰਾਣੀ ਐਲਿਜ਼ਾਬੈਥ II ਦੇ ਪ੍ਰਤੀਨਿਧ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜੂਲੀ ਪੈਟੇ ਤੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਸਨ। ਪਿਛਲੇ ਸਾਲ ਜੁਲਾਈ ਦੇ ਵਿੱਚ ਦੋਸ਼ਾਂ ਦੀ ਸੁਤੰਤਰ ਸਮੀਖਿਆ ਕੀਤੀ। ਉਦੋਂ ਗਵਰਨਰ ਜਨਰਲ ਦੀ ਅਧਿਕਾਰਕ ਰਿਹਾਇਸ਼ ਰੀਡੋ ਹਾਲ ਦੇ ਵਿੱਚ ਖਰਾਬ ਮਾਹੌਲ ਦੇ ਇਲਜ਼ਾਮ ਲੱਗੇ ਸਨ। Court had some disturbing conclusions, and those conversations led the Governor General to conclude that she should offer her resignation. ਪੈਟੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਮੇਰੇ ਦਫ਼ਤਰ ਦੀ ਅਖੰਡਤਾ ਅਤੇ ਸਾਰੇ ਦੇਸ਼ ਤੇ ਲੋਕਤੰਤਰਿਕ ਥਾਵਾਂ ਦੀ ਭਲਾਈ ਦੇ ਲਈ ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਨਵੇਂ ਗਵਰਨਰ ਜਨਰਲ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਮੈਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਸਤੀਫੇ ਬਾਰੇ ਦੱਸ ਦਿੱਤਾ ਹੈ। Of the report were such that the workplace was clearly a source of concern, and in fact the clerk of the Privy Council and Privy Council officials will in the coming weeks be reaching out directly to staff at Rideau Hall. ਗਵਰਨਰ ਜਨਰਲ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਮੌਜੂਦਾ ਅਤੇ ਸਾਬਕਾ ਮੁਲਾਜ਼ਮਾਂ ਨੇ ਗੰਭੀਰ ਇਲਜ਼ਾਮ ਲਾਏ ਸਨ ਕਿ ਗਵਰਨਰ ਜਨਰਲ ਉਹਨਾਂ ਨੂੰ ਧਮਕਾਉਂਦੀ ਹੈ, ਜਨਤਕ ਤੌਰ ਤੇ ਜਲੀਲ ਕੀਤਾ ਜਾਂਦਾ ਹੈ। ਇਸੇ ਕਾਰਨ ਕਈ ਮੁਲਾਜ਼ਮਾਂ ਨੂੰ ਅਸਤੀਫਾ ਵੀ ਦੇਣਾ ਪਿਆ ਹੈ। ਇਸ ਤੋਂ ਇਲਾਵਾ ਰੀਡੋ ਹਾਲ ਦੇ ਵਿੱਚ ਮਹਿੰਗੇ ਨਵੀਨੀਕਰਨ ਤੇ ਜ਼ੋਰ ਦੇਣ ਅਤੇ ਜਨਤਕ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਅਕਸਰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਸਖਤ ਸੁਰੱਖਿਆ ਨੂੰ ਲੈ ਕੇ ਉਹਨਾਂ ਦੇ ਮਤਭੇਦ ਰਹੇ ਨੇ। ਕੈਨੇਡਾ 'ਚ ਵਿਰੋਧੀ ਧਿਰਾਂ ਦੇ ਵੱਲੋਂ ਜੂਲੀ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। The Prime Minister does have a role to play in following up with what's happened here, particularly since every worker, no matter where they work in Canada, should be able to work in an environment that's free, that is not toxic, that is safe, that they're able to work with dignity. And given the complaints that have arisen, I think the Prime Minister certainly does play a role, can play a role in following up, in investigating these claims, these complaints, given how serious they seem to be.
and ensuring that the workplace is safe. That's important. Follow up with the complaints. Given the number and the seriousness of those complaints, that I think the Prime Minister should certainly follow up. I'm not being prescriptive about how, but the Prime Minister should certainly follow up. And then given the results of that follow-up, whether it's an investigation, whether it's a follow-up of those complaints, then the next steps can be assessed. But the first thing is to follow up with what's... ਹਾਲਾਂਕਿ ਜੂਲੀ ਪੈਟੇ ਤੇ ਉਹਨਾਂ ਦੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਸਨ, ਜਿਸ ਕਾਰਨ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ। ਉੱਥੇ ਕੈਨੇਡਾ 'ਚ ਮਿਲ ਰਹੇ ਕੰਕਾਲ ਤੇ ਸਵਦੇਸ਼ੀ ਮੂਲ ਦੇ ਲੋਕਾਂ ਦੇ ਵੱਧ ਰਹੇ ਦਬਾਅ ਦੇ ਅਸਰ ਵਜੋਂ ਇਸ ਨਿਯੁਕਤੀ ਨੂੰ ਦੇਖਿਆ ਜਾ ਰਿਹਾ ਹੈ। ABP Sonja, Josh Jazba, Junoo।